ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਰਿਆਂ ਦਾ ਬੀ ਆਰਟਸ ਟੌਪਰ YouTube ਚੈਨਲ ਤੇ, ਜਿੱਥੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦੇ ਅਕੋਰਡਿੰਗ BA 5th ਸਮੈਸਟਰ ਦੀ ਪੰਜਾਬੀ ਕੰਪਲਸਰੀ ਦੀ ਜਿਹੜੀ ਪਾਠ ਪੁਸਤਕ ਹੈ ਮੱਧਕਾਲੀ ਪੰਜਾਬੀ ਕਾਵਿ ਸੁਰਾਂ, ਇਸ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਤੇ ਇਸ ਪਾਰਟਿਕੂਲਰ ਵੀਡੀਓ ਵਿੱਚ ਅਸੀਂ ਡਿਸਕਸ ਕਰਨਾ ਹੈ ਭਗਤ ਕਬੀਰ ਦਾ ਪਹਿਲਾ ਸ਼ਬਦ ਗਰਭਵਾਸ ਮਹਿ। ਠੀਕ ਹੈ, ਸੋ ਲੈਟ ਅਸ ਸਟਾਰਟ ਦ ਸ਼ਬਦ ਗਰਭਵਾਸ ਮਹਿ। ਗਰਭਵਾਸ ਮਹਿ ਕੁਲ ਨਹੀਂ ਜਾਤੀ। ਦੇਖੋ, ਗਰਭਵਾਸ ਕੀ ਹੁੰਦਾ ਹੈ? ਮਾਂ ਦੇ ਪੇਟ ਵਿੱਚ ਕੋਈ ਵੀ ਮਨੁੱਖ ਜਿਹੜਾ ਹੁੰਦਾ ਹੈ ਉਸਨੂੰ ਉਹਦੀ ਜਾਤ ਨਹੀਂ ਪਤਾ ਹੁੰਦੀ। ਠੀਕ ਹੈ, ਤਾਂ ਗਰਭਵਾਸ ਮਹਿ ਕੁਲ ਨਹੀਂ ਜਾਤੀ, ਕੋਈ ਕੁਲ ਕੋਈ ਜਾਤ ਦਾ ਮਨੁੱਖ ਨੂੰ ਪਤਾ ਨਹੀਂ ਹੁੰਦਾ। ਜਦੋਂ ਉਸਦਾ ਜਨਮ ਨਹੀਂ ਹੋਇਆ ਹੁੰਦਾ, ਉਹ ਮਾਂ ਦੇ ਪੇਟ ਵਿੱਚ ਹੁੰਦਾ ਹੈ, ਤਾਂ ਉਸਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਸ ਜਾਤ ਤੋਂ ਬਿਲੋਂਗ ਕਰਦਾ ਹੈ। ਬ੍ਰਹਮ ਬਿੰਦੂ ਤੇ ਸਭ ਉਤਪਾਤੀ। ਹੁਣ ਕਬੀਰਦਾਸ ਜੀ ਇਹ ਕਹਿੰਦੇ ਨੇ ਕਿ ਸਾਰੇ ਮਨੁੱਖਾਂ ਦੀ ਜਿਹੜੀ ਉਤਪਤੀ ਹੈ ਉਹ ਇੱਕੋ ਬ੍ਰਹਮ ਬਿੰਦੂ ਤੋਂ ਹੁੰਦੀ ਹੈ। ਮਤਲਬ ਸਾਰੇ ਮਨੁੱਖਾਂ 'ਚ ਪਰਮਾਤਮਾ ਦਾ ਅੰਸ਼ ਹੁੰਦਾ ਹੈ। ਠੀਕ ਹੈ, ਕਿਸੇ ਵੀ ਕਾਸਟ ਤੋਂ ਬਿਲੋਂਗ ਨਹੀਂ ਕਰਦੇ। ਸਾਰੇ ਹੀ ਮਨੁੱਖ ਜਿਹੜੇ ਹਨ ਉਹ ਇੱਕੋ ਪਰਮਾਤਮਾ ਦਾ ਅੰਸ਼ ਉਹਨਾਂ ਵਿੱਚ ਹੁੰਦਾ ਹੈ। ਫਾਈਨ। ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ। ਹੁਣ ਇਸ ਲਾਈਨ 'ਚ ਕਬੀਰਦਾਸ ਜੀ ਪੰਡਤਾਂ ਤੋਂ ਸਵਾਲ ਕਰਦੇ ਨੇ, ਬ੍ਰਾਹਮਣਾਂ ਤੋਂ, ਕਿਉਂਕਿ ਬ੍ਰਾਹਮਣ ਕਾਸਟ ਜਿਹੜੀ ਹੈ ਉਹਨੂੰ ਸਭ ਤੋਂ ਉੱਚੀ ਮੰਨਿਆ ਜਾਂਦਾ ਹੈ, ਹਾਈ ਕਾਸਟ ਸਮਝਿਆ ਜਾਂਦਾ ਹੈ। ਤਾਂ ਬ੍ਰਾਹਮਣ ਲੋਕਾਂ ਤੋਂ ਕਬੀਰਦਾਸ ਜੀ ਸਵਾਲ ਕਰਦੇ ਹਨ ਕਿ ਤੁਸੀਂ ਪੰਡਤ ਕਦੋਂ ਤੋਂ ਬਣ ਗਏ। ਕਹੋ ਰੇ ਪੰਡਤ ਬਾਮਨ ਕਬ ਕੇ ਹੋਏ, ਕਿ ਤੁਸੀਂ ਪੰਡਤ ਕਦੋਂ ਬਣ ਗਏ, ਕਿਉਂਕਿ ਅਸੀਂ ਮਨੁੱਖ ਸਾਰੇ ਪਰਮਾਤਮਾ ਦੇ ਅੰਸ਼ ਹਨ। ਸਾਰਿਆਂ ਦਾ ਜਨਮ ਜਿਹੜਾ ਮੂਲ ਹੈ ਉਹ ਇੱਕੋ ਹੀ ਹੈ। ਤੇ ਹੁਣ ਤੁਸੀਂ ਕਿਸ ਬੇਸਿਸ ਤੇ ਕਹਿੰਦੇ ਹੋ ਕਿ ਅਸੀਂ ਬ੍ਰਾਹਮਣ ਹਾਂ ਤੇ ਤੁਸੀਂ ਸ਼ੂਦਰ ਹੋ। ਠੀਕ ਹੈ, ਬਾਮਨ ਕਹੇ ਜਨਮ ਮਤ ਹੋਏ। ਤੇ ਬ੍ਰਾਹਮਣਾਂ ਨੂੰ ਕਬੀਰਦਾਸ ਜੀ ਕਹਿੰਦੇ ਹਨ ਕਿ ਤੁਹਾਨੂੰ ਇਸ ਤਰ੍ਹਾਂ ਆਪਣਾ ਜਨਮ ਜਿਹੜਾ ਹੈ ਮਨੁੱਖੀ ਜੀਵਨ ਅਹੰਕਾਰ ਵਿੱਚ ਅਜਾਈ ਗਵਾਉਣਾ ਨਹੀਂ ਚਾਹੀਦਾ, ਬਰਬਾਦ ਨਹੀਂ ਕਰਨਾ ਚਾਹੀਦਾ। ਸਾਰੇ ਮਨੁੱਖਾਂ ਦੀ ਉਤਪਤੀ ਪਰਮਾਤਮਾ ਤੋਂ ਹੋਈ ਹੈ, ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਠੀਕ ਹੈ, ਸੋ ਕਬੀਰਦਾਸ ਜੀ ਆਖਦੇ ਹਨ ਕਿ ਮਾਂ ਦੇ ਪੇਟ ਵਿੱਚ ਸਾਰੇ ਜੀਵ ਭਾਵ ਮਨੁੱਖ ਇੱਕੋ ਜਿਹੇ ਹੀ ਹੁੰਦੇ ਹਨ। ਠੀਕ ਹੈ, ਤਾਂ ਸਾਰੇ ਇਕੁਅਲ ਹੁੰਦੇ ਹਨ। ਮਾਂ ਦੇ ਪੇਟ ਵਿੱਚ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਜਾਤ ਦਾ ਹੈ। ਸਾਰੇ ਮਨੁੱਖ ਇੱਕੋ ਜਿਹੇ ਹੁੰਦੇ ਹਨ। ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੇ ਅੰਸ਼ ਤੋਂ ਹੁੰਦੀ ਹੈ, ਭਾਵ ਸਭ ਦਾ ਮੂਲ ਪਰਮਾਤਮਾ ਹੈ। ਕੋਈ ਕਿਸੇ ਵੀ ਕਾਸਟ ਦਾ ਹੋਵੇ, ਸਾਰਿਆਂ ਦਾ ਮੂਲ ਇੱਕੋ ਪਰਮਾਤਮਾ ਹੀ ਹੈ। ਮਾਂ ਦੇ ਪੇਟ ਵਿੱਚ ਕਿਸੇ ਨੂੰ ਵੀ ਇਹ ਸਮਝ ਨਹੀਂ ਹੁੰਦਾ ਕਿ ਉਹ ਕਿਸ ਕੁਲ ਦਾ ਹੈ। ਉਹ ਪ੍ਰਸ਼ਨ ਕਰਦੇ ਹਨ ਕਿ ਹੇ ਪੰਡਿਤ, ਤੂੰ ਦੱਸ ਕਿ ਤੁਸੀਂ ਬ੍ਰਾਹਮਣ ਕਦੋਂ ਤੋਂ ਬਣ ਗਏ ਹੋ। ਉਹ ਬ੍ਰਾਹਮਣਾਂ ਤੋਂ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਦੱਸੋ ਕਿ ਤੁਸੀਂ ਕਦੋਂ ਬ੍ਰਾਹਮਣ ਬਣ ਗਏ। ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਆਖ ਕੇ ਆਪਣਾ ਮਨੁੱਖੀ ਜੀਵਨ ਜਿਹੜਾ ਹੈ ਹੰਕਾਰ ਵਿੱਚ ਐਵੇਂ ਅਜਾਈ ਨਾ ਗਵਾਓ। ਇਸ ਤਰ੍ਹਾਂ ਕਬੀਰਦਾਸ ਜੀ ਅਨੁਸਾਰ ਸਾਰੇ ਜੀਵ ਪਰਮਾਤਮਾ ਦੇ ਅੰਸ਼ ਹਨ। ਠੀਕ ਹੈ, ਤਾਂ ਸਾਰੇ ਜੀਵ ਕਿਉਂਕਿ ਪਰਮਾਤਮਾ ਦੇ ਅੰਸ਼ ਹਨ, ਤਾਂ ਸਾਨੂੰ ਆਪਣੀ ਹਾਈ ਕਾਸਟ ਦਾ ਮਾਣ ਕਰਕੇ ਆਪਣਾ ਜਿਹੜਾ ਜੀਵਨ ਹੈ ਉਸਨੂੰ ਅਜਾਈ ਗਵਾਉਣਾ ਨਹੀਂ ਚਾਹੀਦਾ ਤੇ ਆਪਣੇ ਆਪ ਨੂੰ ਸ਼ੂਦਰ ਵੀ ਨਹੀਂ ਸਮਝਣਾ ਚਾਹੀਦਾ। ਠੀਕ ਹੈ, ਸਾਰਿਆਂ ਦੀ ਉਤਪਤੀ ਪਰਮਾਤਮਾ ਤੋਂ ਹੋਈ ਹੈ। ਫਾਈਨ। ਨੈਕਸਟ ਲਾਈਨਸ ਹੈ, ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਹੁਣ ਕਬੀਰਦਾਸ ਜੀ ਕਹਿੰਦੇ ਹਨ ਕਿ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਹੈ, ਤਾਂ ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ। ਉਹ ਕਹਿੰਦੇ ਹਨ ਕਿ ਵੀ ਤੁਹਾਡਾ ਜਿਹੜਾ ਜਨਮ ਹੈ ਉਹ ਵੀ ਮਾਂ ਦੇ ਪੇਟ ਚੋਂ ਹੋਇਆ ਤੇ ਸਾਡਾ ਵੀ, ਤੇ ਤੁਸੀਂ ਕਿਸੇ ਹੋਰ ਰਸਤੇ ਕਿਉਂ ਨਹੀਂ ਆਏ। ਤੁਹਾਨੂੰ ਵੀ ਜਨਮ ਦੇਣ ਵਾਲੀ ਤੁਹਾਡੀ ਮਾਂ ਹੈ ਤੇ ਸਾਨੂੰ ਵੀ, ਤੇ ਸਾਡਾ ਸਾਰਿਆਂ ਦਾ ਮੂਲ ਇੱਕੋ ਪਰਮਾਤਮਾ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹ ਤੁਮ ਕਤ ਦੂਧ। ਕਬੀਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਾਡਾ ਸਾਰਿਆਂ ਦਾ ਮੂਲ ਪਰਮਾਤਮਾ ਹੈ, ਸਾਨੂੰ ਦੋਹਾਂ ਨੂੰ ਸਾਡੀ ਮਾਵਾਂ ਨੇ ਜਨਮ ਦਿੱਤਾ ਹੈ, ਤੁਸੀਂ ਕਿਸੇ ਹੋਰ ਰਸਤੇ ਕਿਉਂ ਨਹੀਂ ਆਏ। ਤੇ ਫਿਰ ਇਸ ਤਰ੍ਹਾਂ ਤੁਸੀਂ ਕਿਵੇਂ ਬ੍ਰਾਹਮਣ ਹੋ ਗਏ ਤੇ ਹਮ ਕਿੱਥੇ ਸ਼ੂਦਰ ਹੋ ਗਏ। ਤੇ ਸਾਡੀ ਰਗਾਂ ਵਿੱਚ ਜਿਹੜਾ ਹੈ ਉਹ ਲਹੂ ਹੈ, ਖੂਨ ਵਹਿ ਰਿਹਾ ਹੈ, ਤੇ ਤੁਹਾਡੇ ਸਰੀਰ 'ਚ ਕਿਹੜਾ ਦੁੱਧ ਵਹਿ ਰਿਹਾ ਹੈ।
ਕਿ ਇਸ ਤਰ੍ਹਾਂ ਇਹ ਥੋੜ੍ਹੇ ਕਿ ਤੁਸੀਂ ਬ੍ਰਾਹਮਣ ਹੋ ਤਾਂ ਤੁਹਾਡੇ ਸਰੀਰ ਵਿੱਚ ਦੁੱਧ ਹੈ ਤੇ ਸਾਡੇ ਸਰੀਰ ਵਿੱਚ ਖੂਨ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਆਊ ਹੈ ਹਮਾਰੇ। ਸੋ ਕਬੀਰਦਾਸ ਜੀ ਕਹਿੰਦੇ ਹਨ ਕਿ ਅਸੀਂ ਤਾਂ ਬ੍ਰਾਹਮਣ ਉਸ ਮਨੁੱਖ ਨੂੰ ਕਹਿੰਦੇ ਹਾਂ ਜਿਹੜਾ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਜਿਹੜਾ ਉਸ ਬ੍ਰਹਮ ਦੀ, ਉਸ ਪਰਮਾਤਮਾ ਦੀ ਵਿਚਾਰ ਕਰਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਸੋ ਬ੍ਰਾਹਮਣ ਕਹੀਅਤੁ ਹੈ ਹਮਾਰੇ। ਹਮ ਉसी ਮਨੁੱਖ ਨੂੰ ਬ੍ਰਾਹਮਣ ਕਹਿੰਦੇ ਹਾਂ ਜਿਹੜਾ ਕਿ ਪਰਮਾਤਮਾ ਦਾ ਨਾਮ ਦਾ ਧਿਆਨ ਕਰਦਾ ਹੈ। ਠੀਕ ਹੈ, ਤਾਂ ਬ੍ਰਾਹਮਣ ਜਿਹੜਾ ਹੈ ਉਹ ਇਸ ਬੇਸਿਸ ਤੇ ਨਹੀਂ ਕਿਹਾ ਜਾ ਸਕਦਾ ਕਿ ਉਹਨੂੰ ਬ੍ਰਾਹਮਣੀ ਨੇ ਜਨਮ ਦਿੱਤਾ ਹੈ ਤੇ ਕਿਸੇ ਨੂੰ ਸ਼ੂਦਰ ਇਸਤਰੀ ਨੇ ਜਨਮ ਦਿੱਤਾ ਹੈ ਤਾਂ ਉਹ ਸ਼ੂਦਰ ਹੋ ਗਿਆ, ਇਹ ਕਹਿਣਾ ਗਲਤ ਹੈ। ਉਹੀ ਇਨਸਾਨ ਬ੍ਰਾਹਮਣ ਹੈ ਜਿਹੜਾ ਉਸ ਬ੍ਰਹਮ ਦਾ ਵਿਚਾਰ ਕਰਦਾ ਹੈ। ਠੀਕ ਹੈ, ਸੋ ਭਗਤ ਕਬੀਰ ਜੀ ਆਖਦੇ ਹਨ ਕਿ ਹੈ ਪੰਡਤ, ਜੇਕਰ ਤੂੰ ਸੱਚਮੁੱਚ ਬ੍ਰਾਹਮਣ ਹੈ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ। ਹੈ ਪੰਡਤ, ਤੁਸੀਂ ਕਿਵੇਂ ਬ੍ਰਾਹਮਣ ਹੋ ਗਏ ਤੇ ਅਸੀਂ ਕਿਵੇਂ ਸ਼ੂਦਰ ਹੀ ਰਹਿ ਗਏ। ਸਾਡੇ ਸਰੀਰ ਵਿੱਚ ਕਿਵੇਂ ਨਿਰਾ ਲਹੂ ਹੀ ਹੈ ਤੇ ਤੁਹਾਡੇ ਸਰੀਰ ਵਿੱਚ ਕਿਵੇਂ ਲਹੂ ਦੀ ਥਾਂ ਦੁੱਧ ਹੈ। ਠੀਕ ਹੈ, ਕਬੀਰ ਜੀ ਆਖਦੇ ਹਨ ਕਿ ਅਸੀਂ ਤਾਂ ਉਸੇ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ ਅਰਥਾਤ ਬ੍ਰਹਮ ਦਾ ਸਿਮਰਨ ਕਰਦਾ ਹੈ, ਪਰਮਾਤਮਾ ਦੇ ਨਾਂ ਦਾ ਧਿਆਨ ਕਰਦਾ ਹੈ। ਫਾਈਨ, ਹੁਣ ਇਸ ਦਾ ਪ੍ਰਸੰਗ ਲਿਖੋ। ਇਹ ਕਾਵ ਟੋਟਾ ਸਾਡੀ ਪਾਠ ਪੁਸਤਕ ਮੱਧਕਾਲੀ ਪੰਜਾਬੀ ਕਾਵ ਸੁਰਾਂ ਸੰਪਾਦਕ ਪ੍ਰੋਫੈਸਰ ਸੁਖਦੇਵ ਸਿੰਘ ਵਿੱਚ ਸ਼ਾਮਿਲ ਭਗਤੀ ਕਾਵ ਧਾਰਾ ਦੇ ਮਹਾਨ ਸੰਤ ਕਵੀ ਭਗਤ ਕਬੀਰ ਜੀ ਦੀ ਰਚਨਾ ਹੈ, ਜੋ ਕਿ ਉਹਨਾਂ ਦੇ ਸ਼ਬਦ ਗਰਭਵਾਸ ਮਹਿ ਦੀਆਂ 17 ਹਨ। ਇਸ ਸ਼ਬਦ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਮਨੁੱਖ ਉਸ ਪਰਮਾਤਮਾ ਦਾ ਅੰਸ਼ ਹਨ। ਇਹਨਾਂ ਵਿੱਚੋਂ ਵੱਡਾ ਮਨੁੱਖ ਉਹੀ ਹੈ ਜੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ। ਠੀਕ ਹੈ, ਤਾਂ ਵੱਡਾ ਕਬੀਰਦਾਸ ਜੀ ਉਸੇ ਮਨੁੱਖ ਨੂੰ ਮੰਨਦੇ ਹਨ ਜਿਹੜਾ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਅਦਰਵਾਈਜ਼ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਗਰਭਵਾਸ ਮਹਿ ਸ਼ਬਦ ਦਾ ਸਾਰ। ਇਹਦੀ ਸਮਰੀ ਦੱਸੋ। ਗਰਭਵਾਸ ਮਹਿ ਸ਼ਬਦ ਭਗਤੀ ਕਾਵ ਧਾਰਾ ਦੇ ਮਹਾਨ ਕਵੀ ਭਗਤ ਕਬੀਰ ਜੀ ਦੀ ਰਚਨਾ ਹੈ। ਇਸ ਵਿੱਚ ਉਹ ਇਹ ਸਪਸ਼ਟ ਕਰਦੇ ਹਨ ਕਿ ਸਾਰੇ ਜੀਵ ਮਾਂ ਦੇ ਪੇਟ ਵਿੱਚੋਂ ਪੈਦਾ ਹੁੰਦੇ ਹਨ ਤੇ ਉਹਨਾਂ ਦੀ ਉਤਪਤੀ ਪਰਮਾਤਮਾ ਦੇ ਅੰਸ਼ ਤੋਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਉਹ ਪੰਡਿਤ ਨੂੰ ਸਵਾਲ ਕਰਦੇ ਹਨ ਕਿ ਉਹ ਬ੍ਰਾਹਮਣ ਕਦੋਂ ਬਣ ਗਏ ਹਨ। ਉਹ ਬ੍ਰਾਹਮਣਾਂ ਨੂੰ ਅਹੰਕਾਰ ਵਸ ਆਪਣਾ ਜੀਵਨ ਵਿਅਰਥ ਨਾ ਗਵਾਉਣ ਲਈ ਪ੍ਰੇਰਨਾ ਦਿੰਦੇ ਹਨ। ਕਬੀਰ ਜੀ ਬ੍ਰਾਹਮਣ ਨੂੰ ਪੁੱਛਦੇ ਹਨ ਕਿ ਜੇਕਰ ਉਹ ਸੱਚੀ ਹੀ ਬ੍ਰਾਹਮਣ ਹੈ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ ਤਾਂ ਉਹ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ। ਉਹ ਪੁੱਛਦੇ ਹਨ ਕਿ ਤੁਸੀਂ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋ ਗਏ। ਸਾਨੂੰ ਦੋਹਾਂ ਨੂੰ ਸਾਡੀਆਂ ਮਾਵਾਂ ਨੇ ਜਨਮ ਦਿੱਤਾ ਹੈ, ਸਾਡਾ ਦੋਵਾਂ ਵਿੱਚ ਪਰਮਾਤਮਾ ਦਾ ਮੂਲ ਹੈ, ਤਾਂ ਇਹ ਤੁਸੀਂ ਕਿਸ ਬੇਸਿਸ ਤੇ ਕਹਿੰਦੇ ਹੋ ਕਿ ਵੀ ਤੁਸੀਂ ਬ੍ਰਾਹਮਣ ਹੋ ਤੇ ਅਸੀਂ ਸ਼ੂਦਰ ਹਾਂ। ਠੀਕ ਹੈ, ਸਾਡੇ ਸਰੀਰ ਵਿੱਚ ਖੂਨ ਤੇ ਤੁਹਾਡੇ ਸਰੀਰ ਵਿੱਚ ਲਹੂ ਦੀ ਥਾਂ ਦੁੱਧ ਕਿਵੇਂ ਹੈ। ਕਬੀਰ ਜੀ ਆਖਦੇ ਹਨ ਕਿ ਅਸੀਂ ਤਾਂ ਉਸ ਮਨੁੱਖ ਨੂੰ ਹੀ ਬ੍ਰਾਹਮਣ ਸਵੀਕਾਰ ਕਰਦੇ ਹਾਂ ਜੋ ਬ੍ਰਹਮ ਭਾਵ ਪਰਮਾਤਮਾ ਦਾ ਸਿਮਰਨ ਕਰਦਾ ਹੈ। ਠੀਕ ਹੈ, ਹੁਣ ਇਸ ਸ਼ਬਦ ਦਾ ਕੇਂਦਰੀ ਭਾਵ ਮੀਨਸ ਸੈਂਟਰਲ ਆਈਡੀਆ ਕੀ ਹੈ। ਗਰਭਵਾਸ ਮਹਿ ਸ਼ਬਦ ਭਗਤੀ ਕਾਵ ਧਾਰਾ ਦੇ ਮਹਾਨ ਭਗਤ ਕਬੀਰ ਜੀ ਦੀ ਰਚਨਾ ਹੈ। ਇਸ ਸ਼ਬਦ ਦਾ ਵਿਸ਼ਾ ਵਸਤੂ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਹੈ। ਭਗਤ ਕਬੀਰ ਜੀ ਬਹੁਤ ਹੀ ਸਥਿਤ ਲਹਿਜੇ ਵਿੱਚ ਬ੍ਰਾਹਮਣ ਸਾਹਮਣੇ ਇਹ ਪ੍ਰਸ਼ਨ ਪੈਦਾ ਕਰਦੇ ਹਨ ਕਿ ਉਹ ਆਪਣੇ ਆਪ ਨੂੰ ਬ੍ਰਾਹਮਣ ਤੇ ਦੂਸਰਿਆਂ ਨੂੰ ਸ਼ੂਦਰ ਕਿਸ ਆਧਾਰ ਤੇ ਆਖਦੇ ਹਨ। ਇੰਜ ਉਹਨਾਂ ਅਨੁਸਾਰ ਆਪਣੀ ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਜੀਵ ਆਪਣਾ ਜੀਵਨ ਅਜਾਈਂ ਗਵਾਉਂਦੇ ਹਨ ਕਿਉਂਕਿ ਸਾਰੇ ਜੀਵ ਪਰਮਾਤਮਾ ਦਾ ਹੀ ਅੰਸ਼ ਹਨ। ਉੱਚਾ ਮਨੁੱਖ ਉਹੀ ਹੈ ਜੋ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦੇ ਨਾਂ ਦਾ ਸਿਮਰਨ ਕਰਦਾ ਹੈ, ਪਰਮਾਤਮਾ ਦਾ ਹਰ ਵੇਲੇ ਧਿਆਨ ਕਰਦਾ ਹੈ। ਠੀਕ ਹੈ, so it means that the caste of a person doesn't matter. What matters is that he is doing good job in the name of God in this world. Fine. तो शब्द की explanation complete हो गई है। If you want to buy notes, then you can contact me on this WhatsApp number and please do message only. Then you can buy the PDF of all these poetries of Madhukali Punjabi Kav Sura.
And if the video is helpful to you, then please press on the like button. Share your views on the comment section. Please subscribe to the Be Arts Topper YouTube channel and press the notification bell also. Thank you so much. Bye bye. All the best.